हाँ जी, स्वागत है जी ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਗਿਆਮ ਸਟੱਡੀ ਵਿਦ ਜੋਬ ਅਲਰਟ ਤੇ। ਸੋ ਚਾਈਲਡ ਡਿਵੈਲਪਮੈਂਟ ਐਂਡ ਪੈਡਾਗੋਜੀ ਪੰਜਾਬ ਟੈਟ ਐਗਜ਼ਾਮ ਭਾਗ 7 ਲੈ ਕੇ ਆਏ ਹਾਂ। ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨ ਉੱਤਰ ਅਤੇ ਅਗਲਾ ਜੋ ਟੌਪਿਕ ਹੈ ਉਹ ਸਿਖਿਆਰਥੀਆਂ ਲਈ ਸਿੱਖਣ ਲਈ ਤਤਪਰਤਾ ਮੁਲਾਂਕਣ ਆ ਜਾਏਗਾ। ਇਹਦੇ ਵਿੱਚ ਕਲਾਸਰੂਮ ਦੇ ਵਿੱਚ ਸਿੱਖਣਾ, ਆਲੋਚਨਾਤਮਕ ਦ੍ਰਿਸ਼ਟੀਕੋਣ, ਸਿਖਿਆਰਥੀ ਦੀ ਪ੍ਰਾਪਤੀ ਦੇ ਲਈ ਮੁਲਾਂਕਣ। ਸੋ ਇਸ ਟੌਪਿਕ ਦੇ ਨਾਲ ਬਣਦੇ ਜੋ ਪ੍ਰਸ਼ਨ ਉੱਤਰ ਹੈ ਉਹ ਤੁਹਾਨੂੰ ਇਸ ਭਾਗ ਦੇ ਵਿੱਚ ਪ੍ਰੋਵਾਈਡ ਕਰਾਂਗੇ। ਸੋ ਜੋ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਅਤੇ ਬੈਲ ਆਈਕਨ ਨਾਲ 'ਤੇ ਪ੍ਰੈਸ ਜ਼ਰੂਰ ਕਰ ਲਿਓ ਤਾਂ ਹੀ ਤੁਹਾਨੂੰ ਡੇਲੀ ਕਲਾਸ ਦੀ ਅਪਡੇਟ ਸਮੇਂ ਸਿਰ ਮਿਲਦੀ ਰਹੇ। ਤਾਂ ਸਟਾਰਟ ਕਰਦੇ ਹਾਂ ਜੀ ਅਗਲੇ ਭਾਗ ਦੇ ਅਗਲੇ ਟੌਪਿਕ ਦੇ ਬਣਦੇ ਨਵੇਂ ਪ੍ਰਸ਼ਨ ਉੱਤਰ। ਤਾਂ ਇਹ ਆਪਣੇ ਟੌਪਿਕ ਦਾ ਜਿਹੜਾ ਨਾਮ ਹੈ ਸਿਖਿਆਰਥੀਆਂ ਦੀ ਸਿੱਖਣ ਲਈ ਤਤਪਰਤਾ ਦੇ ਮੁਲਾਂਕਣ ਲਈ ਮੁਲਾਂਕਣ ਹੈ, ਜਿਹੜਾ ਮੁਲਾਂਕਣ ਕਰਨਾ ਆਪਾਂ ਕਹਿੰਦੇ ਹਾਂ। ਇਸ ਲਈ ਢੁਕਵੇਂ ਪ੍ਰਸ਼ਨਾਂ ਦਾ ਨਿਰਮਾਣ, ਕਲਾਸਰੂਮ ਦੇ ਵਿੱਚ ਸਿੱਖਣ ਅਤੇ ਆਲੋਚਨਾਤਮਕ ਦ੍ਰਿਸ਼ਟੀਕੋਣ ਦੀ ਉੱਨਤੀ ਲਈ ਅਤੇ ਸਿਖਿਆਰਥੀ ਦੀ ਪ੍ਰਾਪਤੀ ਦੇ ਲਈ ਮੁਲਾਂਕਣ ਕਰਨਾ। ਸੋ ਸਮੇਂ ਦੇ ਅਨੁਸਾਰ ਪਹਿਲਾ ਪ੍ਰਸ਼ਨ ਹੈ ਜਿਹਦੇ ਵਿੱਚ ਕਿਹੜੀ ਧਾਰਨਾ ਹੈ ਜਿਹੜੀ ਉਹ ਬਦਲੀ ਹੈ, ਤਾਂ ਉਹ ਬਦਲੀ ਹੈ ਜੀ ਮੁਲਾਂਕਣ ਦੀ ਜੋ ਪੁਰਾਣੀ ਧਾਰਨਾ ਹੈ ਉਹ ਬਦਲੀ ਹੈ। ਐਵੋਲਿਊਸ਼ਨ ਜਿਹਨੂੰ ਕਿਹਾ ਜਾਂਦਾ ਹੈ, ਓਲਡ ਕੰਸੈਪਟ ਆਫ ਐਵੋਲਿਊਸ਼ਨ, ਜੋ ਸਮੇਂ ਦੇ ਅਨੁਸਾਰ ਇਹ ਧਾਰਨਾ ਜਿਹੜੀ ਬਦਲੀ ਹੈ। ਅਗਲਾ ਪ੍ਰਸ਼ਨ ਹੈ ਵਿਦਿਆਰਥੀਆਂ ਨਾਲ ਸੰਚਾਰ ਦਾ ਮਤਲਬ ਕੀ ਹੁੰਦਾ ਹੈ, ਤਾਂ ਉਹ ਹੁੰਦਾ ਜੀ ਵਿਚਾਰ ਵਟਾਂਦਰਾ ਕਰਨਾ। ਵਿਦਿਆਰਥੀਆਂ ਦੇ ਨਾਲ ਸੰਚਾਰ ਦਾ ਜਿਹੜਾ ਮਤਲਬ ਹੁੰਦਾ ਹੈ ਕਮਿਊਨੀਕੇਸ਼ਨ ਵਿਦ ਸਟੂਡੈਂਟਸ ਮੀਨਸ, ਇਹਦਾ ਮਤਲਬ ਹੁੰਦਾ ਹੈ ਵਿਚਾਰ ਵਟਾਂਦਰਾ। ਸੋ ਪੰਜਾਬ ਟੈਟ ਦਾ ਜੁਲਾਈ ਮਹੀਨੇ ਦੇ 2011 ਦੇ ਵਿੱਚ ਇਹ ਐਗਜ਼ਾਮ ਹੋਇਆ ਸੀ ਤਾਂ ਉਹਦੇ ਵਿੱਚ ਇਹ ਪ੍ਰਸ਼ਨ ਪੁੱਛਿਆ ਗਿਆ ਸੀ। ਅਗਲਾ ਪ੍ਰਸ਼ਨ ਹੈ ਕਈ ਵਾਰ ਮੁਲਾਂਕਣ ਦੀ ਤੁਲਨਾ ਕਿਸ ਨਾਲ ਕੀਤੀ ਜਾਂਦੀ ਹੈ, ਤਾਂ ਇਹ ਕੀਤੀ ਜਾਂਦੀ ਹੈ ਜੀ ਪ੍ਰੀਖਿਆ ਦੇ ਨਾਲ। ਕਈ ਵਾਰ ਹੈ ਜਿਹੜੀ ਮੁਲਾਂਕਣ ਦੀ ਤੁਲਨਾ ਜਿਹੜੀ ਉਹ ਕੀਤੀ ਜਾਂਦੀ ਹੈ ਐਗਜ਼ਾਮੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਪ੍ਰੀਖਿਆ ਦੇ ਨਾਲ ਕੀਤੀ ਜਾਂਦੀ ਹੈ। ਅਗਲਾ ਪ੍ਰਸ਼ਨ ਹੈ ਕਿਹੜੀ ਵਿਧੀ ਵਿੱਚ ਪਾਠ ਸਮੱਗਰੀ ਨੂੰ ਅਲਪ ਸਮੇਂ ਦੇ ਬਾਅਦ ਕੀਤਾ ਜਾਂਦਾ ਹੈ, ਤਾਂ ਉਹ ਵਿਧੀ ਹੁੰਦੀ ਹੈ ਜੀ ਅੰਤਰਯੁਕਤ ਵਿਧੀ, ਜਿਹਨੂੰ ਇੰਗਲਿਸ਼ ਦੇ ਵਿੱਚ ਕੰਪਲੀਟ ਮੈਥਡ ਕਹਿੰਦੇ ਨੇ। ਤਾਂ ਇਸ ਵਿਧੀ ਨੂੰ ਜਿਹੜਾ ਪਾਠ ਸਮੱਗਰੀ ਨੂੰ ਜਿਹੜੀ ਅਲਪ ਸਮੇਂ ਦੇ ਬਾਅਦ ਜਿਹੜਾ ਕੀਤਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ ਅਧਿਆਪਨ ਕਿਰਿਆਵਾਂ ਦੇ ਮੁਲਾਂਕਣ ਵਿੱਚ ਅਧਿਆਪਕ ਕਿਵੇਂ ਸਹਾਇਤਾ ਕਰਦਾ ਹੈ, ਤਾਂ ਇਹ ਕਰਦਾ ਜੀ ਵਿਅਕਤੀਤਵ ਮਾਪਨ ਦੇ ਵਿੱਚ। ਅਧਿਆਪਨ ਕਿਰਿਆਵਾਂ ਦੇ ਮੁਲਾਂਕਣ ਵਿੱਚ ਅਧਿਆਪਕ ਹੈ ਜਿਹੜਾ ਵਿਅਕਤੀਤਵ ਮਾਪਨ ਦੇ ਵਿੱਚ ਸਹਾਇਤਾ ਕਰਦਾ ਹੈ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਟੂ ਮੈਜ਼ਰ ਪਰਸਨੈਲਿਟੀ ਕਹਿੰਦੇ ਹਾਂ। ਅਗਲਾ ਪ੍ਰਸ਼ਨ ਹੈ ਮੁਲਾਂਕਣ ਦੇ ਬਾਅਦ ਵਿਦਿਆਰਥੀਆਂ ਦੇ ਪ੍ਰਦਰਸ਼ਨ ਨੂੰ ਕਿਸ ਦੀ ਜ਼ਰੂਰਤ ਹੁੰਦੀ ਹੈ, ਤਾਂ ਇਹ ਹੁੰਦੀ ਹੈ ਜੀ ਪ੍ਰੇਰਣ ਦੀ, ਯਾਨੀ ਕਿ ਮੋਟੀਵੇਸ਼ਨ ਦੀ। ਮੁਲਾਂਕਣ ਕਰਨ ਤੋਂ ਬਾਅਦ ਜਦੋਂ ਆਪਾਂ ਵਿਦਿਆਰਥੀਆਂ ਦਾ ਮੁਲਾਂਕਣ ਕਰਦੇ ਹਾਂ ਤਾਂ ਇਸ ਤੋਂ ਬਾਅਦ ਵਿਦਿਆਰਥੀਆਂ ਨੂੰ ਪ੍ਰੇਰਣ ਦੀ ਜਿਹੜੀ ਜ਼ਰੂਰਤ ਹੈ ਉਹ ਪੈਂਦੀ ਹੈ। ਉਹ ਸਾਧਨ ਜਿਨ੍ਹਾਂ ਦੁਆਰਾ ਬੱਚਿਆਂ ਦੀ ਦੇਖਣ ਸੁਣਨ ਦੋਵਾਂ ਇੰਦਰੀਆਂ ਦੀ ਵਰਤੋਂ ਹੁੰਦੀ ਹੈ ਉਹ ਕੀ ਕਹਾਉਂਦੇ ਨੇ, ਤਾਂ ਉਸ ਨੂੰ ਕਿਹਾ ਜਾਂਦਾ ਹੈ ਜੀ ਦੇਖਣ ਸੁਣਨ ਸਾਧਨ। ਤਾਂ ਉਸ ਨੂੰ ਕਿਹਾ ਜਾਂਦਾ ਹੈ ਆਡੀਓ ਵਿਜ਼ੂਅਲ ਐਡਸ। ਤਾਂ ਇਹ ਸਾਧਨ ਹੁੰਦੇ ਨੇ ਜਿਨ੍ਹਾਂ ਨਾਲ ਜੋ ਬੱਚੇ ਨੇ ਤਾਂ ਦੇਖਣ ਸੁਣਨ ਦੋਵਾਂ ਇੰਦਰੀਆਂ ਦੀ ਇਹਦੀ ਵਰਤੋਂ ਹੁੰਦੀ ਹੈ। ਅਗਲਾ ਪ੍ਰਸ਼ਨ ਹੈ ਜਮਾਤ ਵਿੱਚ ਵਿਸ਼ੇ ਦਾ ਪਰਿਚੈ ਦੇਣ ਲਈ ਅਧਿਆਪਕ ਨੂੰ ਪਹਿਲੀ ਗਤੀਵਿਧੀ ਹੈ ਜਿਹੜੀ ਉਹ ਕੀ ਕਰਨੀ ਚਾਹੀਦੀ ਹੈ, ਤਾਂ ਜੁਲਾਈ 2011 ਦੇ ਵਿੱਚ ਟੈਟ ਦਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਇਹ ਕੁਐਸਚਨ ਆਇਆ ਹੋਇਆ। ਤਾਂ ਪਹਿਲੀ ਵਿਧੀ ਹੋਏਗੀ ਤਰਕ ਆਧਾਰ ਦੀ ਵਿਆਖਿਆ ਕਰਨਾ। ਜਮਾਤ ਦੇ ਵਿੱਚ ਵਿਸ਼ੇ ਦਾ ਪਰਿਚੈ ਦੇਣਾ, ਤੁਸੀਂ ਵਿਸ਼ੇ ਬਾਰੇ ਦੱਸਣਾ ਹੈ, ਤਾਂ ਅਧਿਆਪਕ ਨੂੰ ਜਿਹੜੀ ਪਹਿਲੀ ਗਤੀਵਿਧੀ ਹੋਏਗੀ ਉਹ ਤਰਕ ਆਧਾਰ ਦੀ ਵਿਆਖਿਆ ਕਰਨਾ ਹੋਏਗਾ। ਅਗਲਾ ਪ੍ਰਸ਼ਨ ਹੈ ਕਿਹੜੀ ਵਿਧੀ ਵਿੱਚ ਯਾਦ ਕੀਤੇ ਜਾਣ ਵਾਲੇ ਪਾਠ ਨੂੰ ਸ਼ੁਰੂ ਤੋਂ ਅੰਤ ਤੱਕ ਵਾਰ-ਵਾਰ ਪੜ੍ਹਿਆ ਜਾਂਦਾ ਹੈ, ਤਾਂ ਇਹ ਵਿਧੀ ਹੁੰਦੀ ਹੈ ਜੀ ਪੂਰਨ ਵਿਧੀ, ਜਿਹਨੂੰ ਕੰਪਲੀਟ ਮੈਥਡ ਕਿਹਾ ਜਾਂਦਾ ਹੈ। ਆਵਰਤੀ ਪ੍ਰੀਖਿਆ ਕਦੋਂ ਲੈਣੀਆਂ ਚਾਹੀਦੀਆਂ ਨੇ, ਤਾਂ ਇਹ ਲੈਣੀ ਚਾਹੀਦੀ ਜਦੋਂ ਅਧਿਆਪਕ ਵਿਦਿਆਰਥੀਆਂ ਦੀ ਯੋਗਤਾ ਜਿਹੜੀ
ਉਹ ਜਾਚਣਾ ਚਾਹੁੰਦਾ ਹੈ ਕਿ ਵਿਦਿਆਰਥੀਆਂ ਨੇ ਕਿੰਨਾ ਕੁ ਸਿੱਖਿਆ, ਕਿੰਨਾ ਕੁ ਉਹਨਾਂ ਨੂੰ ਯਾਦ ਹੈ, ਤਾਂ ਉਦੋਂ ਜਿਹੜੀਆਂ ਆਵਰਤੀ ਪ੍ਰੀਖਿਆਵਾਂ ਲੈਣੀ ਚਾਹੀਦੀਆਂ ਨੇ। ਫਰੀਕੁਐਂਸੀ ਐਗਜ਼ਾਮੀਨੇਸ਼ਨ ਇਹਨੂੰ ਇੰਗਲਿਸ਼ ਦੇ ਵਿੱਚ ਜਿਹੜਾ ਕਿਹਾ ਜਾਂਦਾ ਹੈ। ਅਗਲਾ ਪ੍ਰਸ਼ਨ ਹੈ, ਸਮੱਸਿਆ ਸੁਲਝਾਉਣ ਦੀ ਵਿਧੀ ਨਾਲ ਸਿੱਖਣ ਦੀ ਕਿਹੜੀ ਪਹੁੰਚ ਹੈ ਜਿਹੜੀ ਲਾਭਦਾਇਕ ਹੁੰਦੀ ਹੈ? ਤਾਂ 2013 ਦੇ ਵਿੱਚ ਪੰਜਾਬ ਟੈਟ ਦਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਇਹ ਕੁਐਸਚਨ ਆਇਆ ਹੋਇਆ। ਤਾਂ ਇਹ ਹੁੰਦੀ ਹੈ ਜੀ ਗਿਆਨਾਤਮਕ ਵਿਧੀ। ਅਗਲਾ ਪ੍ਰਸ਼ਨ ਹੈ, ਮਾਂਟੇਸਰੀ ਸਿੱਖਿਆ ਪ੍ਰਣਾਲੀ ਵਿੱਚ ਸਮਾਜਿਕ ਵਿਕਾਸ ਦੀ ਵਿਆਖਿਆ ਫਰੋਵਲ ਦੀ ਤੁਲਨਾ ਦੇ ਵਿੱਚ ਹੈ ਜਿਹੜੀ ਕੀਤੀ ਜਾਂਦੀ ਹੈ। ਤਾਂ ਇਹ ਕੀਤੀ ਜਾਂਦੀ ਹੈ ਜੀ ਆਸ ਤੋਂ ਘੱਟ। ਇਹਦਾ ਰਾਈਟ ਆਨਸਰ ਬਣੇਗਾ। ਗਿਆਨ ਇੰਦਰੀਆਂ ਦੀ ਪ੍ਰੀਖਿਆ 'ਤੇ ਆਧਾਰਿਤ ਫਰੋਵਲ ਜੋ ਮਨੋਵਿਗਿਆਨੀ ਹੋਏ ਨੇ, ਤਾਂ ਆਵਿਸ਼ਿਕਾ ਜਿਹਨੂੰ ਖੋਜ ਕਹਿੰਦੇ ਆ, ਆਵਿਸ਼ਕਾਰ, ਤਾਂ ਕਿਹੜੀ ਹੈ? ਤਾਂ ਉਹ ਹੈ ਜੀ ਤੋਹਫੇ, ਉਪਹਾਰ। ਇਹਦਾ ਆਨਸਰ ਬਣੇਗਾ। ਅਗਲਾ ਪ੍ਰਸ਼ਨ ਹੈ, ਮਾਂਟੇਸਰੀ ਦਾ ਸਭ ਤੋਂ ਵੱਧ ਪ੍ਰਚਲਨ ਹੋਇਆ ਕਿਉਂਕਿ ਇਹ ਕੀ ਹੈ? ਤਾਂ ਇਹ ਹੈ ਜੀ ਭਾਰਤ ਭੂਮੀ 'ਤੇ ਵਿਕਸਿਤ ਅਤੇ ਅਨੁਕੂਲ ਜੋ ਮਾਂਟੇਸਰੀ ਵਿਧੀ ਹੈ। ਅਗਲਾ ਪ੍ਰਸ਼ਨ ਹੈ, ਆਧੁਨਿਕ ਸਮੇਂ ਦੇ ਵਿੱਚ ਗ੍ਰੇਡ ਪ੍ਰਣਾਲੀ ਲਾਗੂ ਕੀਤੀ ਗਈ ਹੈ। ਇਹ ਪ੍ਰਣਾਲੀ ਵਿੱਚ ਕਿੰਨੇ ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਨੂੰ A+ ਗ੍ਰੇਡ ਹੈ ਜਿਹੜਾ ਉਹ ਦਿੱਤਾ ਜਾਂਦਾ ਹੈ? ਤਾਂ ਉਹ ਅੰਕ ਹੁੰਦੇ ਨੇ ਜੀ 90 ਤੋਂ ਲੈ ਕੇ 100% ਦੇ ਵਿਚਕਾਰ, ਯਾਨੀ ਕਿ 90+। ਅਗਲਾ ਪ੍ਰਸ਼ਨ ਹੈ, ਸਹੀ ਗਲਤ, ਹਾਂ ਨਾ, ਸੱਚ ਝੂਠ ਉੱਤਰ ਵਾਲੇ ਪ੍ਰਸ਼ਨ ਹੈ ਜਿਹੜੇ, ਇਹ ਕਿਹੜੀ ਕਿਸਮ ਦੇ ਪ੍ਰਸ਼ਨਾਂ ਦੇ ਉਦਾਹਰਨ ਨੇ? ਤਾਂ ਇਹ ਨੇ ਜੀ ਵਿਕਲਪੀ ਉੱਤਰ ਵਾਲੇ ਪ੍ਰਸ਼ਨਾਂ ਦੇ ਉਦਾਹਰਨ। ਅਗਲਾ ਪ੍ਰਸ਼ਨ ਹੈ, ਵਿਦਿਆਰਥੀ ਦੀ ਪ੍ਰਾਪਤੀ ਦਾ ਮੁਲਾਂਕਣ ਕਰਨ ਲਈ ਸਭ ਤੋਂ ਵਧੀਆ ਤਰੀਕਾ ਜਿਹੜਾ ਕਿਹੜਾ ਹੋ ਸਕਦਾ ਹੈ? ਤਾਂ ਉਹ ਹੁੰਦਾ ਜੀ ਗ੍ਰੇਡਿੰਗ ਪ੍ਰਣਾਲੀ। ਅਗਰ ਵਿਦਿਆਰਥੀ ਨੇ ਕੀ ਕੁਝ ਪ੍ਰਾਪਤ ਕੀਤਾ, ਉਹਦੀ ਕੀ ਪ੍ਰਾਪਤੀ ਹੈ, ਤਾਂ ਉਸਦਾ ਮੁਲਾਂਕਣ ਕਰਨਾ ਹੈ, ਤਾਂ ਗ੍ਰੇਡਿੰਗ ਪ੍ਰਣਾਲੀ ਹੈ ਜਿਹੜੀ ਸਭ ਤੋਂ ਵਧੀਆ ਤਰੀਕਾ ਜਿਹੜਾ ਉਹ ਮੰਨਿਆ ਜਾਂਦਾ ਹੈ। ਵਿਕਾਸ ਵਿੱਚ ਪਰਸਨ ਪਦ ਦਾ ਮਤਲਬ ਕੀ ਹੁੰਦਾ ਹੈ? ਜੁਲਾਈ 2011 ਦੇ ਵਿੱਚ ਪੰਜਾਬ ਟੈਟ ਦਾ ਐਗਜ਼ਾਮ ਹੋਇਆ ਸੀ, ਤਾਂ ਉਹਦੇ ਵਿੱਚ ਇਹ ਕੁਐਸਚਨ ਪੁੱਛਿਆ ਗਿਆ। ਤਾਂ ਉਹ ਹੁੰਦਾ ਜੀ ਪ੍ਰੋਬਲਮ ਸੋਲਵਿੰਗ, ਰੀਜ਼ਨਿੰਗ ਐਂਡ ਨਿਊਮਰੇਸੀ। ਤਾਂ ਇਸ ਦਾ ਮਤਲਬ ਹੁੰਦਾ ਹੈ, ਯਾਨੀ ਕਿ ਆਪਾਂ ਫੁੱਲ ਫੋਰਮ ਇਹਦੀ ਕਹਿ ਸਕਦੇ ਹਾਂ। ਰੂਸੋ ਨੂੰ ਕਿਹੜੇ ਦਾਰਸ਼ਨਿਕ ਰੂਪ ਵਿੱਚ ਵਰਗੀਕ੍ਰਿਤ ਜਿਹੜਾ ਕੀਤਾ ਜਾਂਦਾ ਹੈ? ਤਾਂ ਇਹ ਕੀਤਾ ਜਾਂਦਾ ਪ੍ਰਕਿਰਤੀਵਾਦੀ ਦਾਰਸ਼ਨਿਕ ਰੂਪ ਦੇ ਵਿੱਚ। ਅਗਲਾ ਪ੍ਰਸ਼ਨ ਹੈ, ਜਦੋਂ ਵਿਦਿਆਰਥੀਆਂ ਦੀ ਸੰਖਿਆ ਜ਼ਿਆਦਾ ਹੁੰਦੀ ਹੈ ਤਾਂ ਕਿਸ ਤਰ੍ਹਾਂ ਦੇ ਪ੍ਰਸ਼ਨਾਂ ਦੁਆਰਾ ਉਹਨਾਂ ਦਾ ਮੁਲਾਂਕਣ ਹੈ ਜਿਹੜਾ ਕੀਤਾ ਜਾਂਦਾ ਹੈ? ਤਾਂ ਇਹ ਕੀਤਾ ਜਾਂਦਾ ਜੀ ਵਸਤੂਨਿਸ਼ਟ ਪ੍ਰਸ਼ਨਾਂ ਦੇ ਦੁਆਰਾ। ਅਗਲਾ ਪ੍ਰਸ਼ਨ ਹੈ, ਪ੍ਰਸ਼ਨ ਕਈ ਕਿਸਮਾਂ ਦੇ ਹੁੰਦੇ ਨੇ। ਸੰਜੀਵ ਨਿਰਜੀਵ ਵਸਤੂਆਂ ਵਿੱਚ 4 ਅੰਤਰ ਦੱਸੋ। ਇਹ ਪ੍ਰਸ਼ਨ ਹੈ ਜਿਹੜਾ ਕਿਸ ਪ੍ਰਕਾਰ ਦੇ ਪ੍ਰਸ਼ਨਾਂ ਦੀ ਇੱਕ ਉਦਾਹਰਨ ਹੈ? ਤਾਂ ਇਹ ਉਦਾਹਰਨ ਹੈ ਜੀ ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਦੀ। ਅਗਲਾ ਪ੍ਰਸ਼ਨ ਹੈ, ਕਿਹੜੀ ਯੋਗਤਾ ਦਾ ਮੁਲਾਂਕਣ ਹੈ ਜਿਹੜਾ ਉਹ ਸੰਭਵ ਨਹੀਂ ਹੈ? ਤਾਂ ਇਹ ਆਏਗਾ ਜੀ ਵਿਦਿਆਰਥੀ ਦੀ ਭਾਸ਼ਣ ਕਲਾ ਦਾ। ਇਸ ਯੋਗਤਾ ਦਾ ਮੁਲਾਂਕਣ ਹੈ ਜਿਹੜਾ ਉਹ ਸੰਭਵ ਨਹੀਂ ਹੈ। ਅਗਲਾ ਪ੍ਰਸ਼ਨ ਹੈ, ਰੂਸੋ ਜੋ ਮਨੋਵਿਗਿਆਨੀ ਹੋਏ ਨੇ, ਤਾਂ ਇਹਨਾਂ ਦੇ ਅਨੁਸਾਰ ਬਾਲ ਅਵਸਥਾ ਵਿੱਚ ਵਿਦਿਆਰਥੀਆਂ ਨੂੰ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਜਿਸ ਨਾਲ ਬੱਚਿਆਂ ਦਾ ਹੋਵੇ ਕੀ ਹੋਣਾ ਚਾਹੀਦਾ ਹੈ? ਤਾਂ ਇੰਦਰੀਆਂ ਦਾ ਸਿੱਖਿਆ ਪ੍ਰੀਖਣ ਹੋਣਾ ਚਾਹੀਦਾ ਬੱਚਿਆਂ ਦਾ। ਤਾਂ ਇਹ ਰੂਸੋ ਦਾ ਕਹਿਣਾ ਹੈ ਕਿ ਇਹਨਾਂ ਨੂੰ ਬਾਲ ਅਵਸਥਾ ਦੇ ਵਿੱਚ ਅਜਿਹੀ ਸਿੱਖਿਆ ਦੇਣੀ ਚਾਹੀਦੀ ਹੈ ਜਿਸ ਨਾਲ ਉਹਨਾਂ ਦੀ ਇੰਦਰੀਆਂ ਦਾ ਸਿੱਖਿਆ ਦਾ ਜੋ ਪ੍ਰੀਖਣ ਹੈ ਹੋਵੇ। ਅਗਲਾ ਪ੍ਰਸ਼ਨ ਹੈ, ਸੂਚਨਾ ਪ੍ਰਕਰਮਣ ਸਿਧਾਂਤ ਅਨੁਸਾਰ ਬਾਹਰੀ ਸੂਚਨਾ ਪ੍ਰਵਾਹ ਕਰਦੀ ਹੈ। ਕੀ ਪ੍ਰਵਾਹ ਕਰਦੀ ਹੈ? ਤਾਂ ਉਹ ਕਰਦੀ ਹੈ ਜੀ ਸੰਵੇਦੀ ਯਾਦਾਸ਼ਤ ਤੋਂ ਘੱਟ ਸਮੇਂ ਦੀ ਯਾਦਾਸ਼ਤ ਤੱਕ। ਅਗਲਾ ਪ੍ਰਸ਼ਨ ਹੈ, ਫਰੋਵੈਲ ਪ੍ਰਸਿੱਧ ਹੈ। ਫਰੋਵੈਲ ਕੀ ਹੈ? ਤਾਂ ਇਹ ਹੈ ਜੀ ਕਿੰਡਰਗਾਰਟਨ ਪ੍ਰਣਾਲੀ ਹੈ ਇਹ। ਫਰੋਵੈਲ
ਅਗਲਾ ਪ੍ਰਸ਼ਨ ਹੈ, ਫਰੋਬੈਲ ਨੇ ਆਪਣੇ ਸਿੱਖਿਆ ਵਿਚਾਰਾਂ ਨੂੰ ਪੇਸ਼ ਕੀਤਾ ਹੈ। ਤਾਂ ਇਹ ਕੀਤਾ ਜੀ ਦੀ ਐਜੂਕੇਸ਼ਨ ਆਫ ਮੈਨ ਜੋ ਪੁਸਤਕ ਹੈ ਇਹਦੇ ਵਿੱਚ। ਜੇ ਇਹ ਵੀ ਪੁੱਛਿਆ ਜਾ ਸਕਦਾ ਹੈ ਦੀ ਐਜੂਕੇਸ਼ਨ ਆਫ ਮੈਨ ਪੁਸਤਕ ਨਾਲ ਸੰਬੰਧਿਤ ਕੌਣ ਹੈ, ਤਾਂ ਫਰੋਬੈਲ। ਉਲਟਾ ਪਟਾ ਕੇ ਕੁਐਸਚਨ ਪੁੱਛਿਆ ਜਾ ਸਕਦਾ ਹੈ। ਕਿੰਡਰਗਾਰਟਨ ਇੱਕ ਜਿਹੜਾ ਜਰਮਨ ਸ਼ਬਦ ਹੈ, ਇਸ ਦਾ ਅਰਥ ਕੀ ਹੁੰਦਾ ਹੈ, ਤਾਂ ਇਹ ਹੁੰਦਾ ਜੀ ਬਾਲ ਗਿਆਨ। ਕਿੰਡਰਗਾਰਟਨ ਦਾ ਜੋ ਮੀਨਿੰਗ ਹੈ, ਇਸ ਦਾ ਅਰਥ ਹੈ। ਫਰੋਬੈਲ ਨੇ ਆਪਣੇ ਪਹਿਲੇ ਸਕੂਲ ਦੀ ਸਥਾਪਨਾ ਕਦੋਂ ਅਤੇ ਕਿੱਥੇ ਕੀਤੀ ਸੀ, ਤਾਂ ਇਹ ਕੀਤੀ ਸੀ ਜੀ 1836 ਦੇ ਵਿੱਚ ਬਲੈਕਨਬਰਗ ਦੇ ਵਿੱਚ। ਆਪਣੇ ਪਹਿਲੇ ਸਕੂਲ ਦੀ ਸਥਾਪਨਾ ਕੀਤੀ ਸੀ ਫਰੋਬੈਲ ਨੇ। ਅਗਲਾ ਪ੍ਰਸ਼ਨ ਹੈ, ਕਲਾਸਰੂਮ ਦੇ ਵਿੱਚ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਪ੍ਰਭਾਵਿਤ ਕਰਨ ਵਾਲੇ ਬਾਹਰਲੇ ਕਾਰਕ ਕਿਹੜੇ ਹੁੰਦੇ ਨੇ, ਤਾਂ ਇਹ ਹੁੰਦੇ ਆ ਜੀ ਸੰਸਕ੍ਰਿਤ ਅਤੇ ਸਿਖਲਾਈ। ਤਾਂ ਇਹ ਬਾਹਰਲੇ ਕਾਰਕ ਹੈ ਜਿਹੜੇ ਮੰਨੇ ਜਾਂਦੇ ਨੇ ਜੋ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਪ੍ਰਭਾਵਿਤ ਕਰਦੇ ਨੇ ਕਲਾਸਰੂਮ ਦੇ ਵਿੱਚ। ਤਾਂ ਇਹ ਵੀ 2011 ਦੇ ਵਿੱਚ ਪੰਜਾਬ ਟੈਟ ਦਾ ਐਗਜ਼ਾਮ ਹੋਇਆ ਸੀ, ਉਹਦੇ ਵਿੱਚ ਕੁਐਸਚਨ ਆਇਆ ਹੋਇਆ। ਕਿਹੜਾ ਕਾਰਨ ਸਿੱਖਣ ਨੂੰ ਪ੍ਰਭਾਵਿਤ ਕਰਦਾ ਹੈ, ਤਾਂ ਇਹ ਹੁੰਦੇ ਨੇ ਸਪੀਡ, ਸਮਰੱਥਾ, ਧਿਆਨ। ਯਾਨੀ ਕਿ ਇਹ ਸਾਰੇ ਕਾਰਨ ਨੇ ਜਿਹੜੇ ਪ੍ਰਭਾਵਿਤ ਕਰਦੇ ਨੇ। ਤਿੰਨੋਂ ਕਾਰਨ ਜਿਹੜੇ ਆਪਾਂ ਕਹਿ ਸਕਦੇ ਹਾਂ। ਮੁਲਾਂਕਣ ਤੋਂ ਬਾਅਦ ਵਿਦਿਆਰਥੀ ਨੂੰ ਕਿਸ ਦੀ ਜ਼ਰੂਰਤ ਪੈਂਦੀ ਹੈ, ਇਹ ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਪ੍ਰੇਰਨਾ ਦੀ, ਮੋਟੀਵੇਸ਼ਨ ਦੀ। ਵਿਦਿਆਰਥੀ ਨੂੰ ਜਿਹੜਾ ਮੋਟੀਵੇਸ਼ਨ ਹੈ ਕਰਨਾ ਚਾਹੀਦਾ ਹੈ। ਫਰੋਬੈਲ ਨੇ ਦੇਵੀ ਇਕਾਈ ਦੇ ਕਿਹੜੇ ਤੱਤ ਹੈ ਜਿਹੜੇ ਉਹ ਦਰਸਾਏ ਨੇ, ਤਾਂ ਇਹ ਨੇ ਜੀ ਤੱਤ, ਮੂਲ ਉਦੇਸ਼ ਜਾਂ ਮੂਲ ਉਦੇਸ਼ਾਂ ਦੇ ਵਿੱਚ ਏਕਤਾ, ਇਹ ਜੋ ਦਰਸਾਏ ਗਏ ਨੇ। ਮੈਡਮ ਮੰਟੇਸਰੀ ਦੇ ਅਨੁਸਾਰ ਸ਼ਿਸ਼ੂ ਕਾਲ ਦੀ ਮਹੱਤਵਪੂਰਨ ਅਵਸਥਾ ਦੀ ਉਮਰ ਵਰਗ ਕਿੰਨੀ ਹੁੰਦੀ ਹੈ, ਤਾਂ ਇਹ ਹੁੰਦੀ ਹੈ ਜੀ 2 ਤੋਂ ਲੈ ਕੇ 6 ਸਾਲ ਤੱਕ। ਅਗਲਾ ਪ੍ਰਸ਼ਨ ਹੈ, ਅਧਿਆਪਕ ਸਮੱਸਿਆ ਸੁਲਝਾਉਣ ਨੂੰ ਵਿਦਿਆਰਥੀਆਂ ਲਈ ਮਜ਼ੇਦਾਰ ਬਣਾ ਸਕਦਾ ਹੈ, ਤਾਂ ਵਿਦਿਆਰਥੀਆਂ ਤੋਂ ਉਤਕ੍ਰਿਸ਼ਟਤਾ ਦੀ ਉਮੀਦ ਰੱਖ ਕੇ ਜਦੋਂ ਇਹ ਕਿਸੇ ਕਾਰਜ ਨੂੰ ਆਪਣੇ ਆਪ ਕਰ ਰਹੇ ਹੋਣ, ਤਾਂ ਇੱਕ ਅਧਿਆਪਕ ਜਿਹੜਾ ਸਮੱਸਿਆ ਨੂੰ, ਪ੍ਰੋਬਲਮ ਨੂੰ ਸੁਲਝਾਉਣ ਲਈ ਵਿਦਿਆਰਥੀਆਂ ਲਈ ਜਿਹੜੇ ਮਜ਼ੇਦਾਰ ਬਣਾ ਸਕਦਾ ਹੈ। ਸਿੱਖਣ ਦੇ ਨਿਯਮਾਂ ਦੀ ਖੋਜਕਰਤਾ ਕੌਣ ਸੀਗੇ, ਜਿਨ੍ਹਾਂ ਨੇ ਖੋਜ ਕੀਤੀ ਸੀ ਸਿੱਖਣ ਦੇ ਨਿਯਮਾਂ ਦੀ, ਤਾਂ ਉਹ ਸੀਗੇ ਜੀ ਥਾਰਨਡਾਈਕ। ਅਗਲਾ ਪ੍ਰਸ਼ਨ ਹੈ, ਸਿੱਖਣ ਦਾ ਮੁੱਖ ਨਿਯਮ ਕਿਹੜਾ ਹੁੰਦਾ ਹੈ, ਤਾਂ ਉਹ ਹੁੰਦਾ ਜੀ ਮਨੋਵ੍ਰਿਤੀ। ਫੋਰਬੈਲ ਨੇ ਪਾਠਕ੍ਰਮ ਵਿੱਚ ਸਭ ਤੋਂ ਪਹਿਲਾਂ ਕੀ ਸ਼ਾਮਲ ਕੀਤਾ ਸੀ, ਤਾਂ ਖੇਡ ਨੂੰ ਪਾਠਕ੍ਰਮ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਸਭ ਤੋਂ ਪਹਿਲਾਂ। ਸਿੱਖਿਆ ਪ੍ਰਕਿਰਿਆ ਵਿੱਚ ਸਭ ਤੋਂ ਮਹੱਤਵਪੂਰਨ ਤੱਤ ਕਿਹੜਾ ਹੁੰਦਾ ਹੈ, ਅਧਿਆਪਕ ਅਤੇ ਵਿਦਿਆਰਥੀਆਂ ਦਾ ਸੰਬੰਧ। ਸਿੱਖਿਆ ਪ੍ਰਕਿਰਿਆ ਦੇ ਵਿੱਚ ਸਭ ਤੋਂ ਮਹੱਤਵਪੂਰਨ ਤੱਤ ਹੈ ਜਿਹੜਾ ਹੁੰਦਾ ਹੈ। ਅਗਲਾ ਪ੍ਰਸ਼ਨ ਹੈ, ਸਿੱਖਿਆ ਲਈ ਜ਼ਰੂਰੀ ਹੈ, ਤਾਂ ਵਰਤਮਾਨ ਸਿੱਖਿਆ ਪ੍ਰਣਾਲੀ ਸਿੱਖਿਆ ਲਈ ਜਿਹੜੀ ਜ਼ਰੂਰੀ ਹੈ। ਬੱਚਿਆਂ ਲਈ ਸਕੂਲ ਪ੍ਰਤੀ ਆਕਰਸ਼ਣ ਪੈਦਾ ਕਰਨ ਲਈ ਕੀ ਕੁਝ ਹੋਣਾ ਚਾਹੀਦਾ ਹੈ, ਤਾਂ ਸਕੂਲ ਦੇ ਵਿੱਚ ਉਚਿਤ ਸਿਖਾਉਣ ਵਾਲੇ ਯੰਤਰ ਹੈ ਜਿਹੜੇ ਹੋਣੇ ਚਾਹੀਦੇ ਨੇ, ਤਾਂ ਜੋ ਬੱਚਿਆਂ ਦੇ ਵਿੱਚ ਸਕੂਲ ਪ੍ਰਤੀ ਆਕਰਸ਼ਣ ਜਿਹੜਾ ਪੈਦਾ ਕੀਤਾ ਜਾ ਸਕੇ। ਡਾਇਡੈਕਟਿਡ ਅਪਰੈਟਸ ਕੀ ਹੈ, ਤਾਂ ਆਸ ਤੋਂ ਯਾਨੀ ਕਿ ਉਮੀਦ ਤੋਂ ਮਹਿੰਗੇ ਸਾਧਨ, ਤਾਂ ਇਹਨਾਂ ਨੂੰ ਆਈਡੈਕਟਿਡ ਅਪਰੈਟਸ ਕਿਹਾ ਜਾਂਦਾ ਹੈ। ਰੂਸੋ ਨੇ ਸਿੱਖਿਆ ਦੇ 3 ਮੂਲ ਸਰੋਤ ਕਿਹੜੇ ਦੱਸੇ ਸੀਗੇ, ਤਾਂ ਇਹ ਦੱਸੇ ਸੀਗੇ ਜੀ ਕੁਦਰਤ, ਘਰ ਅਤੇ ਸਕੂਲ। ਕੁਦਰਤੀ ਤੌਰ 'ਤੇ ਬੱਚੇ ਨੂੰ ਸਿੱਖਿਆ ਮਿਲਦੀ ਹੈ, ਫਿਰ ਘਰ, ਇਸ ਤੋਂ ਬਾਅਦ ਸਕੂਲ। ਅਗਲਾ ਪ੍ਰਸ਼ਨ ਹੈ, ਜਮਾਤ ਵਿੱਚ ਸਿੱਖਣ ਦਾ ਮਹੱਤਵਪੂਰਨ ਨਿਯਮ ਕਿਹੜਾ ਹੈ, ਤਾਂ ਉਹ ਹੁੰਦਾ ਹੈ ਜੀ ਉਦੀਪਨ ਅਨੁਕਿਰਿਆ ਦਾ ਸਿਧਾਂਤ, ਰੂਲਜ਼ ਆਫ ਸਟਿਮੂਲੇਸ਼ਨ। ਬੱਚਾ ਹੀ ਈਸ਼ਵਰ ਹੈ, ਉਸ ਦਾ ਸਕੂਲ ਹੀ ਮੰਦਰ ਹੈ ਅਤੇ ਬੱਚੇ ਦੀ ਸਵੈ ਸ਼ਕਤੀ ਹੀ ਮੰਦਰ ਦੀ ਦੇਵੀ ਹੈ।
ਇਹ ਕਥਨ ਕਿਸ ਦੇ ਸੀਗੇ? ਤਾਂ ਇਹ ਕਥਨ ਸੀਗੇ ਜੀ ਟੈਗੋਰ ਜੀ ਦੇ। ਉਹਨਾਂ ਨੇ ਕਿਹਾ ਸੀ ਇਹ, ਇੱਕ ਤੰਦਰੁਸਤ ਦਿਮਾਗ ਤੰਦਰੁਸਤ ਸਰੀਰ ਦੇ ਵਿੱਚ ਨਿਵਾਸ ਕਰਦਾ ਹੈ। ਕਿੱਥੇ ਕਰਦਾ? ਤਾਂ ਇਹ ਕਰਦਾ ਜੀ ਮਾਨਸਿਕ ਵਿਕਾਸ ਦੇ ਵਿੱਚ। ਸੋ ਇਹ ਇਸ ਟੌਪਿਕ ਨਾਲ ਬਣਦੇ ਕੁਐਸਚਨ ਸੀ। ਕੱਲ੍ਹ ਨੂੰ ਜਿਹੜਾ ਤੁਹਾਨੂੰ ਵੱਖ-ਵੱਖ ਪਿਛੋਕੜਾਂ ਦੇ ਬੱਚਿਆਂ ਦੀ ਪਹਿਚਾਣ, ਵਿਘਟਿਤ ਬੱਚੇ ਕਿਹੜੇ ਹੁੰਦੇ ਆ, ਵੰਚਿਤ ਬੱਚੇ ਕਿਹੜੇ ਹੁੰਦੇ ਆ, ਤਾਂ ਇਹਦੇ ਬਾਰੇ ਜੋ ਕੁਐਸਚਨ ਬਣਦੇ ਆ ਉਹ ਤੁਹਾਨੂੰ ਪ੍ਰੋਵਾਈਡ ਕਰਾਂਗੇ। ਸੋ ਵੀਡੀਓ ਚੰਗੀ ਲੱਗੇ ਲਾਈਕ, ਕਮੈਂਟ ਅਤੇ ਅੱਗੇ ਸ਼ੇਅਰ ਜ਼ਰੂਰ ਕਰਦਿਆ ਕਰੋ। ਬਾਕੀ ਇਹ PDF ਔਰ ਨੋਟਿਸ ਤੁਸੀਂ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਸਾਈਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ, ਉੱਥੋਂ ਜਾ ਕੇ ਡਾਇਰੈਕਟ ਨੋਟਿਸ ਹੈ ਜਿਹੜਾ ਤੁਸੀਂ ਡਾਊਨਲੋਡ ਕਰ ਸਕਦੇ ਹੋ। ਸੋ ਮਿਲਦੇ ਹਾਂ ਜੀ ਅਗਲੇ ਭਾਗ ਦੇ ਵਿੱਚ ਅਗਲੇ ਨਵੇਂ ਪ੍ਰਸ਼ਨਾਂ ਨਾਲ। ਉਦੋਂ ਤੱਕ ਲਈ ਧੰਨਵਾਦ ਜੀ।